देखो सुनो ਸਾਹਿਤ ਪਾਠ ਨਾਨਕ ਸਿੰਘ ਦੁਆਰਾ ਰਚਿਤ ਨਾਵਲ ਇੱਕ ਮਿਆਨ ਦੋ ਤਲਵਾਰਾਂ ਦੂਜੇ ਭਾਗ ਦਾ ਇਹ 24ਵਾਂ ਕਾਂਡ। ਬਾਬਾ ਜੀ ਦਾ ਐਤਕਾਂ ਦਾ ਦੌਰਾ ਕਾਫੀ ਲੰਮਾ ਸੀ। ਹਫ਼ਤਾ ਪੂਰਾ ਗੁਜ਼ਾਰ ਕੇ ਉਹ ਘਰ ਮੁੜੇ। ਇੱਧਰ ਭੀਰੀ ਤੇ ਸੁਦਰਸ਼ਨ ਬੜੀ ਬੇਸਬਰੀ ਨਾਲ ਉਹਨਾਂ ਦੀ ਉਡੀਕ ਕਰ ਰਹੇ ਸਨ, ਕਿਉਂਕਿ ਉਹਨਾਂ ਦੇ ਆਉਣ ਤੇ ਹੀ ਸੁਦਰਸ਼ਨ ਲਾਹੌਰ ਜਾਣ ਬਾਰੇ ਕੋਈ ਵਿਉਂਤ ਉਹਨਾਂ ਅੱਗੇ ਪੇਸ਼ ਕਰ ਸਕਦਾ ਸੀ। ਬਾਬਾ ਜੀ ਜਦ ਘਰ ਪਹੁੰਚੇ ਤਾਂ ਦੋਹਾਂ ਭੈਣ ਭਰਾਵਾਂ ਨੇ ਉਹਨਾਂ ਨੂੰ ਇਤਨਾ ਖੁਸ਼ ਵੇਖਿਆ ਜਿੰਨਾ ਸ਼ਾਇਦ ਇਸ ਤੋਂ ਪਹਿਲਾਂ ਉਹ ਕਦੇ ਨਹੀਂ ਸਨ ਵੇਖਣ ਵਿੱਚ ਆਏ, ਜਿਸ ਤੋਂ ਦੋਹਾਂ ਨੇ ਅਨੁਮਾਨ ਲਾਇਆ ਕਿ ਬਾਪੂ ਜੀ ਕੋਈ ਬਹੁਤ ਵੱਡੀ ਮੁਹਿੰਮ ਜਿੱਤ ਕੇ ਆਏ ਨੇ। ਹਫ਼ਤੇ ਭਰ ਦੀ ਲਗਾਤਾਰ ਭੱਜੋ ਨੱਠੀ ਨੇ ਭਾਵੇਂ ਉਹਨਾਂ ਨੂੰ ਕਾਫੀ ਥਕਾ ਦਿੱਤਾ ਸੀ, ਪਰ ਫਿਰ ਵੀ ਅੱਜ ਖੁਸ਼ੀ ਦੇ ਮਾਰੇ ਉਹਨਾਂ ਦੇ ਕਦਮ ਸਿੱਧੇ ਨਹੀਂ ਸਨ ਪੈਂਦੇ। ਇਸ ਦਾ ਸਬਬ ਜਾਣਨ ਲਈ ਇਹ ਦੋਵੇਂ ਤਰਲੋ ਮੱਛੀ ਹੋ ਰਹੇ ਸਨ। ਪਹਿਲਾਂ ਇਸ਼ਨਾਨ ਪਾਣੀ ਤੇ ਫਿਰ ਉਦਰ ਪੂਰਨਾ ਤੋਂ ਵਿਹਲੇ ਹੋ ਕੇ ਬਾਬਾ ਜੀ ਨੇ ਪੂਰੇ ਵੇਰਵੇ ਨਾਲ ਆਪਣੇ ਦੌਰੇ ਦਾ ਹਾਲ ਸੁਣਾਉਣਾ ਸ਼ੁਰੂ ਕੀਤਾ ਤੇ ਇਸ ਵਾਰਤਾਲਾਪ ਦਾ ਆਰੰਭ ਭੀਰੀ ਵੱਲੋਂ ਹੋਇਆ। ਐਤਕਾਂ ਤਾਂ ਬਾਪੂ ਜੀ ਤੁਸੀਂ ਹੱਦ ਮੁਕਾ ਦਿੱਤੀ, ਐਡਾ ਲੰਮਾ ਦੌਰਾ। ਮੈਨੂੰ ਕੋਈ ਘੱਟ ਖਿਆਲ ਨਹੀਂ ਸੀ ਮੁੜਨ ਦਾ, ਬਾਬਾ ਜੀ ਬੋਲੇ, ਪਰ ਉਧਰ ਵੀ ਤਾਂ ਬੜੇ ਜ਼ਰੂਰੀ ਕੰਮ ਸਨ ਨਾ ਬੇਟਾ। ਕਿਹੜੇ ਐਡੇ ਜ਼ਰੂਰੀ ਕੰਮ ਆ ਗਏ ਸਨ ਬਾਪੂ ਜੀ? ਸੁਦਰਸ਼ਨ ਨੇ ਪੁੱਛਿਆ ਤੇ ਜਵਾਬ ਦੇਣ ਦੀ ਥਾਂ ਬਾਬਾ ਜੀ ਨੇ ਜੇਬ ਵਿੱਚੋਂ ਇੱਕ ਚਿੱਠੀ ਕੱਢ ਕੇ ਉਹਨਾਂ ਵੱਲ ਵਧਾਈ। ਸੁਦਰਸ਼ਨ ਨੇ ਅੰਗਰੇਜ਼ੀ ਵਿੱਚ ਟਾਈਪ ਕੀਤਾ ਹੋਇਆ ਚਿੱਠੀ ਦਾ ਮਜ਼ਮੂਨ ਪੜ੍ਹਿਆ ਤੇ ਹੇਠਲਾ ਦਸਤਖਤ ਵੀ, ਜਿਹੜਾ ਪੰਜਾਬ ਦੇ ਗਵਰਨਰ ਸਰ ਮਾਈਕਲ ਅਡਵਾਇਰ ਦਾ ਸੀ। ਚਿੱਠੀ ਵਿੱਚ ਬਾਬਾ ਜੀ ਦੀ ਸਰਕਾਰ ਭਗਤੀ ਬਾਰੇ ਭਰਵੀਂ ਪ੍ਰਸ਼ੰਸਾ ਕੀਤੀ ਹੋਈ ਸੀ। ਖਾਸ ਕਰਕੇ ਭਰਤੀ ਬਾਰੇ ਬਾਬਾ ਜੀ ਦੇ ਕਾਰਨਾਮੇ ਨੂੰ ਤਾਂ ਮੁੜ-ਮੁੜ ਸਲਾਹਿਆ ਗਿਆ ਸੀ। ਚਿੱਠੀ ਮੁੜ ਬਾਬਾ ਜੀ ਨੂੰ ਫੜਾਉਂਦਾ ਹੋਇਆ ਸੁਦਰਸ਼ਨ ਬੋਲਿਆ, ਵਾਕਿਆ ਬਾਪੂ ਜੀ ਬਹੁਤ ਮਾਰਕਾ ਮਾਰਿਆ ਤੁਸੀਂ। ਗਵਰਨਰ ਦੀ ਚਿੱਠੀ ਤੇ ਫਿਰ ਐਡੀਆਂ ਤਾਰੀਫਾਂ ਨਾਲ ਭਰੀ ਹੋਈ ਹਾਸਲ ਕਰਨੀ ਮਜ਼ਾਕ ਨਹੀਂ। ਬਾਬਾ ਜੀ ਹੋਰ ਖਿੜਕੇ ਬੋਲੇ, ਇਹ ਸਭ ਵੱਡਿਆਂ ਵਡੇਰਿਆਂ ਦੀਆਂ ਤੇਗਾਂ ਮਾਰੀਆਂ ਦਾ ਫਲ ਏ ਕਾਕਾ। ਜਿੱਥੇ ਜਾ ਖਲੋਈਏ ਲੋਕੀ ਪੈਰਾਂ ਥੱਲੇ ਅੱਖਾਂ ਵਿਛਾਉਂਦੇ ਨੇ। ਆਖਰ ਹਾਲਾਤ ਤਾਂ ਅਸੀਂ ਉਹਨਾਂ ਦੀ ਆ ਨਾ ਜਿਨ੍ਹਾਂ ਨੇ ਕੰਧਾਂ ਦੌੜਾਈਆਂ ਸਨ, ਜਿਨ੍ਹਾਂ ਮੱਕਾ ਫੇਰ ਕੇ ਦਿਖਾਲ ਦਿੱਤਾ ਸੀ। ਉਂਝ ਪੁੱਛੋ ਤਾਂ ਚਿੱਠੀਆਂ ਹਾਸਲ ਕਰਨ ਵੱਲੋਂ ਮੈਂ ਪਹਿਲਾਂ ਹੀ ਕੋਈ ਕਸਰ ਨਹੀਂ ਸੀ ਰਹਿਣ ਦਿੱਤੀ। ਕਸਰ ਜੇ ਕੋਈ ਬਾਕੀ ਸੀ ਤਾਂ ਇਸੇ ਚਿੱਠੀ ਦੀ। ਸੋ ਗੁਰੂ ਨੇ ਨੇੜਿਓਂ ਹੋ ਕੇ ਸੁਣੀ। ਠਹਿਰ, ਪਹਿਲਾਂ ਮੈਂ ਇਸ ਨੂੰ ਸਾਂਭ ਲਵਾਂ। ਕਹਿੰਦੇ ਹੋਏ ਬਾਬਾ ਜੀ ਉੱਠੇ ਤੇ ਇੱਕ ਵੱਡਾ ਸਾਰਾ ਸੰਦੂਕ ਖੋਲ ਕੇ ਉਹਨਾਂ ਨੇ ਟੀਨ ਦਾ ਇੱਕ ਲੰਬੂਤਰਾ ਡੱਬਾ ਉਸ ਚੋਂ ਕੱਢਿਆ, ਜਿਹੜਾ ਉਹਨਾਂ ਨੇ ਦੋਹਾਂ ਦੇ ਸਾਹਮਣੇ ਪਲਟ ਕੇ ਉਸ ਵਿਚਲਾ ਕਾਗਜ਼ ਪੱਤਰ ਪਰਚੋਲਣਾ ਸ਼ੁਰੂ ਕਰ ਦਿੱਤਾ ਤੇ ਨਾਲੋਂ ਨਾਲ ਦੱਸੀ ਜਾ ਰਹੇ ਸਨ। ਇਹ ਚਿੱਠੀ ਜੇਲਮ ਦੇ ਡੀਸੀ ਦੀ ਤੇ ਇਹ ਜ਼ਿਲ੍ਹਾ ਸ਼ਾਹਪੁਰ ਦੇ ਮਾਲ ਅਫਸਰ ਦੀ। ਇਹ ਲਈ ਸੀ ਆਪਣੇ ਜ਼ਿਲ੍ਹੇ ਦੇ ਆਨਰੇਰੀ ਮੈਜਿਸਟ੍ਰੇਟ ਸਰਦਾਰ ਕਰਮ ਸਿੰਘ ਪਾਸੋਂ। ਜਿੰਨੀ ਦੇਰ ਤੱਕ ਬਾਬਾ ਜੀ ਆਪਣੀਆਂ ਚਿੱਠੀਆਂ ਦੀ ਪ੍ਰਾਪਤੀ ਬਾਰੇ ਵਿਆਖਿਆ ਕਰਦੇ ਰਹੇ, ਭੀਰੀ ਕੁਝ ਅਨੋਖੀ ਜੀ ਨਜ਼ਰ ਨਾਲ ਕਦੇ ਉਹਨਾਂ ਵੱਲ ਤੇ ਕਦੇ ਚਿੱਠੀਆਂ ਦੇ ਖਿਲਾਰੇ ਵੱਲ ਤੱਕੀ ਜਾ ਰਹੀ ਸੀ। ਉਸ ਦੀਆਂ ਅੱਖਾਂ 'ਚ ਕੁਝ ਪਾਗਲਪਣੇ ਦੀ ਚਮਕ ਦਿਖਾਈ ਦੇ ਰਹੀ ਸੀ, ਪਰ ਮੂੰਹੋਂ ਉਹ ਕੁਝ ਨਹੀਂ ਸੀ ਬੋਲ ਰਹੀ, ਹੁੰਗਾਰਾ ਤੱਕ ਨਹੀਂ ਸੀ ਭਰਦੀ। ਪਰ ਸੁਦਰਸ਼ਨ ਉਸ ਵਾਂਗ ਖਾਮੋਸ਼ ਨਹੀਂ ਸੀ। ਸੁਣਨ ਦੇ ਨਾਲ ਨਾਲ ਉਹ ਬਰਾਬਰ ਕੁਝ ਨਾ ਕੁਝ ਬੋਲੀ ਜਾ ਰਿਹਾ ਸੀ। ਕਮਾਲ, ਵੰਡਰਫੁਲ, ਆ ਤਾਂ ਬਾਪੂ ਜੀ ਤੁਸਾਂ ਹੱਦੇ ਕਰ ਦਿੱਤੀ ਹੈ। ਆ ਕਾਕਾ, ਕਾਗਜ਼ਾਂ ਨੂੰ ਮੁੜ ਨਲਕੇ ਵਿੱਚ ਸਮੇਟਦੇ ਹੋਏ ਉਹ ਕਹਿ ਰਹੇ ਸਨ, ਐਵੇਂ ਤੇ ਨਹੀਂ ਇਕੱਠਾ ਹੋ ਗਿਆ ਇੰਨਾ ਕੁਝ। ਜਾਨ ਲੜਾਉਣੀ ਪੈਂਦੀ ਹੈ ਇਹਨਾਂ ਚੀਜ਼ਾਂ ਨੂੰ ਹਾਸਲ ਕਰਨ ਲਈ। ਸੁਦਰਸ਼ਨ ਬਰਾਬਰ ਪ੍ਰਸ਼ੰਸਾ ਭਰੇ ਸ਼ਬਦਾਂ ਦੀ ਭਰਮਾਰ ਕਰੀ ਜਾ ਰਿਹਾ ਸੀ, ਪਰ ਭੀਰੀ ਉਵੇਂ ਹੀ ਮਸ਼ਟੋਬਾਚ ਬਣੀ ਰਹੀ। ਬਾਬਾ ਜੀ ਪੂਰੇ ਉਮਾਹ ਤੇ ਜੋਸ਼ ਵਿੱਚ ਦੱਸੀ ਜਾ ਰਹੇ ਸਨ। ਸ਼ਾਇਦ ਤੈਨੂੰ ਇਸ ਚਿੱਠੀ ਦੀ ਕੀਮਤ ਦਾ ਅਜੇ ਪਤਾ ਨਹੀਂ ਸੁਦਰਸ਼ਨ, ਜਿਹੜੀ ਹਿਜ਼ ਹਾਈਨੈਸ ਵੱਲੋਂ ਮਿਲੀ ਏ। ਦੱਸੋ ਬਾਪੂ ਜੀ, ਸੁਦਰਸ਼ਨ ਨੇ ਉਤਸੁਕਤਾ ਦਿਖਲਾਉਂਦਿਆਂ ਪੁੱਛਿਆ। ਧਿਆਨ ਨਾਲ ਸੁਣੋ, ਉਹ ਬੋਲੇ, ਸੱਚ ਪੁੱਛੇ ਤਾਂ ਤੇਰਾ ਹੀ ਭਵਿੱਖ ਬਣਾਉਣ ਲਈ ਮੈਂ ਇਹ ਸਭ ਪਾਪੜ ਵੇਰ ਰਿਹਾ। ਕੀਮਤ ਇਸ ਦੀ ਉਦੋਂ ਪਤਾ ਲੱਗੇਗੀ ਜਦੋਂ ਤੂੰ ਬਹੁਤ ਵੱਡੀ ਜ਼ਗੀਰ ਦਾ ਮਾਲਕ ਬਣ ਜਾਏਗਾ, ਜਦੋਂ ਰੁਤਬਿਆਂ ਤੇ ਅਹੁਦਿਆਂ ਦੇ ਤੌਰ ਤੇ ਮਲਕ ਵਾਲੀਏ ਟਵਾਣਿਆਂ ਨੂੰ ਤੇਰੀ ਫਰਮਾ ਬਰਦਾਰੀ ਕਰਨੀ ਪਵੇਗੀ। ਇਸ ਤਰ੍ਹਾਂ ਬਾਪੂ ਜੀ? ਸੁਦਰਸ਼ਨ ਨੇ ਮੂੰਹ ਹੋਰ ਪਿੱਡਾ ਕਰਕੇ ਪੁੱਛਿਆ। ਇਸ ਤਰ੍ਹਾਂ। ਖੁਸ਼ੀ ਵਿੱਚ ਗੁੱਟ ਬਾਬਾ ਜੀ ਦੱਸ ਰਹੇ ਸਨ ਕਿ 2-2.5 ਮਹੀਨਿਆਂ ਵਿੱਚ ਹਿਜ਼ ਹਾਈਨੈਸ ਇੱਕ ਦਰਬਾਰ ਕਰਨ ਵਾਲੇ ਨੇ, ਜਿਸ ਬਾਰੇ ਐਤਕਾਂ ਉਹਨਾਂ ਖੁਦ ਜ਼ਿਕਰ ਕੀਤਾ ਸੀ। ਉਸ ਦਰਬਾਰ ਵਿੱਚ ਸਿਰਫ ਉਹ ਆਦਮੀ ਸੱਦੇ ਜਾਣਗੇ ਜਿਨ੍ਹਾਂ ਨੇ ਭਰਤੀ ਦੇ ਕੰਮ 'ਚ ਤਖਤ ਬਰਤਾਨੀਆ ਦੀ ਮਦਦ ਕੀਤੀ ਹੋਵੇਗੀ। ਕਾਹਦੇ ਲਈ ਸੱਦੇ ਜਾਣਗੇ ਬਾਪੂ ਜੀ? ਸੁਦਰਸ਼ਨ ਨੇ ਚੋਰ ਅੱਖ ਨਾਲ ਭੀਰੀ ਵੱਲ ਤੱਕਣ ਤੋਂ ਬਾਅਦ ਉਹਨਾਂ ਨੂੰ ਪੁੱਛਿਆ। ਭੀਰੀ ਇਸ ਵੇਲੇ ਕਾਲੀ ਕਾਲੀ ਆਪਣੇ ਹੱਥਾਂ ਦੀਆਂ ਉਂਗਲਾਂ ਮਰੋੜ ਰਹੀ ਸੀ। ਇਨਾਮ ਵੰਡਣ ਲਈ ਕਾਕਾ।
ਉਹਨਾਂ ਦੱਸਿਆ, ਜਿੱਥੋਂ ਤੱਕ ਮੇਰੀ ਜਾਣਕਾਰੀ ਏ, ਲਾਇਲਪੁਰ ਦੀ ਬਾਰ ਵਿੱਚ ਨਾਲੇ ਜੇਹਲਮ ਦਰਿਆ ਦੇ ਪੱਛਮੀ ਕਿਨਾਰਿਆਂ ਤੇ ਤਕਰੀਬਨ 7000 ਏਕੜ ਜ਼ਮੀਨ ਦੀ ਮੁਰੱਬੇਬੰਦੀ ਕੀਤੀ ਜਾ ਰਹੀ ਹੈ ਤੇ ਇਹ ਮੁਰੱਬੇ ਹਿਜ਼ ਹਾਈਨੈਸ ਇਨਾਮ ਦੇ ਤੌਰ ਤੇ ਵੰਡਣਗੇ ਉਸ ਦਰਬਾਰ ਵਿੱਚ। ਮੇਰੀ ਖਾਹਿਸ਼ ਏ, ਜੇ ਸਾਨੂੰ ਕਦੇ ਆਪਣੇ ਹੀ ਜ਼ਿਲ੍ਹੇ ਵਿੱਚ ਜ਼ਮੀਨ ਮਿਲ ਜਾਏ ਤਾਂ ਰੰਗ ਭਾਗ ਲੱਗ ਜਾਣ। ਕੋਸ਼ਿਸ਼ ਆਪਣੇ ਵੱਲੋਂ ਇਹੋ ਕਰ ਰਿਹਾ ਕਿ ਘਰ ਵਿੱਚ ਹੀ ਨੌ ਨਿਧਾਂ ਆ ਜਾਣ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਤਾਂ ਪੂਰੀ ਉਮੀਦ ਦਵਾਈ ਸੀ, ਅੱਗੇ ਜੋ ਗੁਰੂ ਨੂੰ ਭਾਵੇ। ਕਾਗਜ਼ਾਂ ਨੂੰ ਤਰਤੀਬਵਾਰ ਕਰ ਚੁੱਕਣ ਤੋਂ ਬਾਅਦ ਉੱਠਦੇ ਹੋਏ ਉਹ ਬੋਲੇ, ਠਹਿਰ, ਇਹਨਾਂ ਨੂੰ ਸਾਂਭ ਆਵਾਂ ਪਹਿਲਾਂ। ਤੇ ਉੱਠ ਕੇ ਉਹ ਸੰਦੂਕ ਵੱਲ ਮੁੜੇ। ਹਾਂ, ਮੈਂ ਕਹਿ ਰਿਹਾ ਸਾਂ। ਵਾਪਸ ਆ ਕੇ ਆਪਣੀ ਟੁੱਟੀ ਵਾਕਲੜੀ ਨੂੰ ਮੁੜ ਗੰਢਦੇ ਹੋਏ ਉਹਨਾਂ ਸੁਦਰਸ਼ਨ ਨੂੰ ਦੱਸਣਾ ਸ਼ੁਰੂ ਕੀਤਾ, ਪਰ ਨਿਰੇ ਪੁਰੇ ਕਿਸੇ ਦੀ ਉਮੀਦ ਉੱਤੇ ਹੀ ਤਾਂ ਸਬਰ ਕਰਕੇ ਨਹੀਂ ਬੈਠ ਜਾਣਾ ਚਾਹੀਦਾ ਕਾਕਾ। ਇਹਨਾਂ ਅਫਸਰਾਂ ਦਾ ਹਿਸਾਬ ਥਾਲੀ ਦੇ ਪਾਣੀ ਵਾਲਾ ਹੁੰਦਾ ਏ, ਜਿੱਧਰ ਉੱਲਰ ਗਏ। ਇਹੋ ਤਾਂ ਵੇਲਾ ਏ ਨਸੋ ਭੱਜੀ ਕਰਕੇ ਕੁਝ ਬਣਾ ਲਿਆ ਜਾਏ। ਸੋ ਮੇਰੀ ਸਲਾਹ ਏ, ਜਦੋਂ ਕਦੀ ਮੌਕਾ ਮਿਲੇ ਜੇਹਲਮ ਜਾ ਕੇ ਇੱਕ ਵਾਰੀ ਡੀਸੀ ਨੂੰ ਮਿਲ ਆਵਾਂਗਾ ਅਗਲਵਾਂਡੇ ਹੀ। ਜੇਹਲਮ ਦੇ ਡੀਸੀ ਨੂੰ ਕਾਹਦੇ ਲਈ ਬਾਪੂ ਜੀ? ਸੁਦਰਸ਼ਨ ਨੇ ਪੁੱਛਿਆ। ਬਈ ਕਾਕਾ, ਉਹ ਬੋਲੇ, ਸਾਰੀ ਕਲਾ ਹੀ ਇਸ ਵੇਲੇ ਡਿਪਟੀ ਕਮਿਸ਼ਨਰਾਂ ਦੇ ਹੱਥ ਵਿੱਚ ਏ। ਗਵਰਨਰ ਵੱਲੋਂ ਸਭਨਾਂ ਨੂੰ ਹੁਕਮ ਪਹੁੰਚ ਚੁੱਕਾ ਏ ਕਿ ਆਪੋ ਆਪਣੇ ਜ਼ਿਲ੍ਹਿਆਂ ਦੇ ਉਹਨਾਂ ਆਦਮੀਆਂ ਦੀਆਂ ਖਿਦਮਤਾਂ ਬਾਰੇ ਲਿਸਟਾਂ ਬਣਾ ਕੇ ਭੇਜਣ ਜਿਨ੍ਹਾਂ ਨੇ ਭਰਤੀ ਦਿੱਤੀ ਏ। ਨਾਲੇ ਬਾਕਾਇਦਾ ਤੌਰ ਤੇ ਅੰਕੜੇ ਤਿਆਰ ਕਰਨ ਕਿ ਜਿੰਨੀ ਭਰਤੀ ਹੁਣ ਤੀਕ ਜਿਸ ਨੇ ਦਿੱਤੀ ਏ। ਉਂਝ ਤਾਂ ਮੇਰੇ ਕੰਮਾਂ ਬਾਰੇ ਡੀਸੀ ਪਹਿਲਾਂ ਹੀ ਕਾਫੀ ਖੁਸ਼ ਨੇ। ਭਰਤੀ ਜਿੰਨੀ ਦੇ ਚੁੱਕਾ ਵਾਂ, ਇਹ ਵੀ ਉਹਨਾਂ ਤੋਂ ਗੁੱਝੀ ਨਹੀਂ। ਫਿਰ ਵੀ ਮਿਲ ਕੇ ਸਾਰਾ ਕੁਝ ਸਮਝਾਉਣ ਦੀ ਗੱਲ ਕੁਝ ਹੋਰ ਹੁੰਦੀ ਏ। ਠੀਕ ਏ ਬਾਪੂ ਜੀ, ਸੁਦਰਸ਼ਨ ਬੋਲਿਆ। ਫਿਰ ਤਾਂ ਤੁਹਾਡੇ ਲਈ ਡੀਸੀ ਨੂੰ ਮਿਲਣਾ ਜ਼ਰੂਰੀ ਏ, ਪਰ ਸੋਚਣਾ ਵਾਂ। ਉਹ ਬੋਲੇ, ਚੰਗਾ ਹੋਵੇ ਜੇ ਮਿਲਣ ਤੋਂ ਪਹਿਲਾਂ ਇੱਕ ਦੋ ਹੱਲੇ ਮਾਰ ਕੇ 10-20 ਹੋਰ ਰੰਗਰੂਟ ਭਰਤੀ ਕਰਵਾ ਲਵਾਂ। ਟਿਵਾਣਿਆਂ ਦੇ ਮੁਕਾਬਲੇ ਭਾਵੇਂ ਮੇਰਾ ਕੰਮ ਕੁਝ ਨਹੀਂ ਦੇ ਬਰਾਬਰ ਏ, ਪਰ ਆਪਣੇ ਵੱਲੋਂ ਕੋਸ਼ਿਸ਼ ਤਾਂ ਇਹੋ ਹੋਣੀ ਚਾਹੀਦੀ ਹੈ ਨਾ ਕਿ ਵੱਧ ਤੋਂ ਵੱਧ ਕੰਮ ਕਰਕੇ ਵਿਖਾਇਆ ਜਾਵੇ। ਸੋ ਮੇਰੀ ਸਲਾਹ ਏ, ਅੰਮ੍ਰਿਤਸਰੋਂ ਵਾਪਸ ਆ ਕੇ 2-3 ਤਕੜੇ ਦੌਰੇ ਕਰਾਂ ਤੇ ਉਸ ਤੋਂ ਬਾਅਦ ਹੀ ਡੀਸੀ ਨੂੰ ਮਿਲਾਂ। ਅੰਮ੍ਰਿਤਸਰ ਕਾਹਦੇ ਲਈ ਜਾਣਾ ਹੈ ਬਾਪੂ ਜੀ? ਸੁਦਰਸ਼ਨ ਨੇ ਜਿਗਿਆਸਾ ਦੇ ਰੰਗ ਵਿੱਚ ਪੁੱਛਿਆ। ਬੀਰੀ ਹਾਲੇ ਤੀਕ ਉਵੇਂ ਹੀ ਉਂਗਲਾਂ ਮਰੋੜੀ ਜਾ ਰਹੀ ਸੀ, ਬਿਨਾਂ ਹੂੰ ਹਾਂ ਕੀਤਿਆਂ। ਇੱਕ ਬੜੇ ਜ਼ਰੂਰੀ ਕੰਮ ਲਈ ਅੰਮ੍ਰਿਤਸਰ ਜਾਣਾ ਪੈ ਰਿਹਾ ਕਾਕਾ, ਉਹ ਦੱਸਣ ਲੱਗੇ। ਅਖਬਾਰਾਂ ਵਿੱਚ ਤਾਂ ਤੂੰ ਪੜ੍ਹਦਾ ਹੀ ਰਹਿੰਦਾ ਹੋਵੇਂਗਾ, ਇੱਕ ਖਤਰਨਾਕ ਕਿਸਮ ਦੇ ਬਾਗੀਆਂ ਦਾ ਜ਼ਿਕਰ। ਕਿਹੜੇ ਬਾਗੀਆਂ ਦਾ ਬਾਪੂ ਜੀ? ਸੁਦਰਸ਼ਨ ਨੇ ਅਤ ਹੈਰਾਨੀ ਪ੍ਰਗਟ ਕਰਦਿਆਂ ਕਿਹਾ। ਮੈਨੂੰ ਤੇ ਅੱਜ ਕੱਲ ਪੜ੍ਹਾਈ ਦੇ ਹੱਥੋਂ ਹੀ ਸਿਰ ਖੁਰਕਣ ਦੀ ਵੇਲ ਨਹੀਂ, ਅਖਬਾਰਾਂ ਕਿੱਥੇ ਪੜ੍ਹਨੀਆਂ ਸਨ? ਉਹ ਬਈ, ਪੁੱਤਰ ਦਾ ਅਗਿਆਨ ਦੂਰ ਕਰਦੇ ਹੋਏ ਉਹ ਬੋਲੇ, ਅਮਰੀਕਾ, ਕੈਨੇਡਾ ਵਗੈਰਾ ਮੁਲਕਾਂ ਵਿੱਚ ਜਿਹੜੇ ਪੰਜਾਬੀ ਵਸਦੇ ਸਨ ਨਾ, ਉਹਨਾਂ ਦੇ ਦਿਮਾਗਾਂ ਵਿੱਚ ਪਤਾ ਨਹੀਂ ਕੀ ਫਤੂਰ ਪੈਦਾ ਹੋ ਗਿਆ ਕਿ ਉੱਠ ਭੱਜੇ ਅੰਗਰੇਜ਼ੀ ਹਕੂਮਤ ਦਾ ਤਖਤਾ ਉਲਟਾਉਣ ਲਈ। ਆਖੇ ਕਿਆ ਪਿੱਦੀ ਦਾ ਸ਼ੋਰਬਾ, ਬਜਾਏ ਇਸ ਦੇ ਕਿ ਲੜਾਈ ਮੌਕੇ ਆਪਣੀ ਸਰਕਾਰ ਦੀ ਮਦਦ ਕਰਦੇ, ਉਹਨਾਂ ਪੁੱਠੀ ਖੋਪੜੀ ਵਾਲਿਆਂ ਨੇ ਪੰਜਾਬ ਵਿੱਚ ਆ ਕੇ ਬਗਾਵਤ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ। ਹਲਾ ਬਾਪੂ ਜੀ, ਸੁਦਰਸ਼ਨ ਨੇ ਹੋਰ ਵੀ ਅਚੰਭਾ ਪ੍ਰਗਟ ਕੀਤਾ। ਮੈਂ ਤਾਂ ਅੱਜ ਤੀਕ ਕਦੇ ਨਹੀਂ ਸੁਣਿਆ ਉਹਨਾਂ ਬਾਰੇ। ਕੋਈ ਅੱਜ ਦੀ ਗੱਲ ਏ ਕਾਕਾ? ਬਾਬਾ ਜੀ ਹੋਰ ਵੇਰਵੇ ਨਾਲ ਦੱਸਣ ਲੱਗੇ। ਜਦੋਂ ਦੀ ਲੜਾਈ ਸ਼ੁਰੂ ਹੋਈ ਏ, ਉਦੋਂ ਦੀ ਹੀ ਅੰਦਰੇ ਅੰਦਰ 2.5 ਚੌਲਾਂ ਦੀ ਖਿਚੜੀ ਪਕਾਣ ਡਏ ਨੇ ਉਹ ਲੋਕ। ਉਂਝ ਤਾਂ ਇਸ ਵੇਲੇ ਤੱਕ ਵਾਹਵਾ ਖੁੰਭ ਠੱਪੀ ਜਾ ਚੁੱਕੀ ਹੈ ਉਹਨਾਂ ਦੀ। ਸਰਕਾਰ ਸਭਨਾਂ ਨੂੰ ਫੜ ਕੇ ਟੱਕੀ ਜਾਂਦੀ ਏ, ਪਰ ਬਾਹੈਸੀਅਤ ਇੱਕ ਵਫਾਦਾਰ ਕੌਮ ਦੇ ਸਿੱਖਾਂ ਦਾ ਵੀ ਤਾਂ ਫਰਜ਼ ਬਣਦਾ ਹੈ ਕਿ ਸਰਕਾਰ ਲਈ ਆਪਣੀ ਵਫਾਦਾਰੀ ਤੇ ਨਿਮਕ ਹਲਾਲੀ ਦਾ ਵੱਧ ਚੜ੍ਹ ਕੇ ਸਬੂਤ ਦੇਣ। ਤੂੰ ਪੁੱਛਿਆ ਕਾਹਦੇ ਲਈ ਅੰਮ੍ਰਿਤਸਰ ਜਾਣ ਦੀ ਲੋੜ ਪੈ ਗਈ? ਗੱਲ ਇਹ ਹੈ ਕਾਕਾ, ਅੰਮ੍ਰਿਤਸਰ 'ਚ ਇਸੇ ਹਫ਼ਤੇ ਸਿੱਖ ਕੌਮ ਦੇ ਲੀਡਰਾਂ ਦੀ ਇੱਕ ਬਹੁਤ ਭਾਰੀ ਇਕੱਤਰਤਾ ਹੋਣ ਵਾਲੀ ਏ ਤੇ ਹੋਵੇਗੀ ਸ਼੍ਰੀ ਅਕਾਲ ਤਖਤ ਤੇ, ਜਿਸ ਵਿੱਚ ਬਾਗੀਆਂ ਦੇ ਖਿਲਾਫ ਸਮੁੱਚੀ ਸਿੱਖ ਕੌਮ ਵੱਲੋਂ ਇੱਕ ਗੁਰਮਤਾ ਪਾਸ ਕੀਤਾ ਜਾਵੇਗਾ। ਇਹ ਤਾਂ ਤੈਨੂੰ ਪਤਾ ਹੀ ਏ ਕਿ ਸਿੱਖ ਕੌਮ ਨੇ ਲੜਾਈ ਦੇ ਦੌਰਾਨ ਆਪਣੀ ਵਫਾਦਾਰੀ ਦਾ ਹਰ ਪਹਿਲੂ ਤੋਂ ਵੱਧ ਚੜ੍ਹ ਕੇ ਸਬੂਤ ਦਿੱਤਾ ਹੈ। ਸਿੱਖ ਕੌਮ ਨੂੰ ਇਸ ਗੱਲ ਦਾ ਫਖਰ ਹਾਸਲ ਹੈ ਕਿ ਜਦੋਂ ਵੀ ਤਖਤ ਬਰਤਾਨੀਆ ਉੱਤੇ ਮੁਸ਼ਕਿਲ ਬਣੀ, ਇਸ ਨੇ ਪੁੱਜ ਕੇ ਮਦਦ ਕੀਤੀ। 1857 ਦੇ ਗਦਰ ਵਿੱਚ ਵੀ ਤਾਂ ਸਾਡੀ ਕੌਮ ਨੇ ਕੋਈ ਘੱਟ ਬਹਾਦਰੀ ਨਹੀਂ ਸੀ ਵਿਖਾਈ, ਜਿਸ ਦੇ ਸਿਲਸਿਲੇ ਵਿੱਚ ਸਾਡੀ ਕਦਰਦਾਨ ਸਰਕਾਰ ਨੇ ਸਿੱਖ ਕੌਮ ਨੂੰ ਆਪਣੀਆਂ ਬਖਸ਼ਿਸ਼ਾਂ ਨਾਲ ਮਾਲਾਮਾਲ ਕਰ ਦਿੱਤਾ ਸੀ। ਫੁਲਕੀਆਂ ਰਿਆਸਤਾਂ ਉਹਨਾਂ ਦੀਆਂ ਹੀ ਬਖਸ਼ਿਸ਼ਾਂ ਦਾ ਨਤੀਜਾ ਏ। ਸੋ ਇਸੇ ਤਰ੍ਹਾਂ ਜਿਨ੍ਹਾਂ ਲੋਕਾਂ ਨੇ ਦੋਹਾਂ ਮਦਾਂ ਜੰਗ ਜਿੱਤਣ ਤੇ ਬਾਗੀਆਂ ਨੂੰ ਕੁਚਲਣ ਵਿੱਚ ਸਰਕਾਰ ਦੀ ਗੱਜ ਵੱਜ ਕੇ ਮਦਦ ਕੀਤੀ, ਯਕੀਨਨ ਉਹਨਾਂ ਦੀਆਂ 7 ਪੀੜ੍ਹੀਆਂ ਤੱਕ ਨੂੰ ਖੱਟਣ ਕਮਾਉਣ ਦੀ ਲੋੜ ਨਹੀਂ ਰਹੇਗੀ। ਬੜੇ ਮਾਰਕੇ ਦੀਆਂ ਗੱਲਾਂ ਦੱਸੀਆਂ ਨੇ ਬਾਪੂ ਜੀ ਤੁਸਾਂ। ਸੁਦਰਸ਼ਨ ਨੇ ਭਰਪੂਰ ਪ੍ਰਸ਼ੰਸਾ ਦਾ ਪ੍ਰਗਟਾਵਾ ਕੀਤਾ। ਬਾਬਾ ਜੀ ਨੇ ਬੜੀ ਭਾਰੀ ਹਸਰਤ ਵਿੱਚ ਕਿਹਾ,
ਕਿੱਡਾ ਚੰਗਾ ਹੁੰਦਾ ਜੇ ਕਿਸਮਤ ਦਾ ਇੱਕ ਹੋਰ ਟੁੱਲਾ ਵੀ ਲੱਗ ਜਾਂਦਾ। ਫਿਰ ਤਾਂ ਸਾਡੇ ਸੁਭਾਗ 'ਚ ਇੱਕ ਨਹੀਂ, ਦੋ ਨਹੀਂ, ਚਾਰ ਬੂਹੇ ਖੁੱਲ ਜਾਂਦੇ। ਹੋ ਕੀ ਬਾਪੂ ਜੀ? ਸੁਦਰਸ਼ਨ ਨੇ ਪੁੱਛਿਆ। ਉਹ ਬੋਲੇ, ਅਸਲ 'ਚ ਕਾਕਾ, ਇਹ ਜਿਹੜਾ ਰੰਗਰੂਟ ਭਰਤੀ ਕਰਾਉਣ ਦਾ ਜਾਂ ਵਾਰ ਫੰਡ ਲਈ ਚੰਦੇ ਉਗਰਾਉਣ ਦਾ ਕੰਮ ਏ, ਮੰਨਿਆ ਸਰਕਾਰ ਦੀਆਂ ਨਜ਼ਰਾਂ ਵਿੱਚ ਇਸ ਦੀ ਬੜੀ ਕਦਰ ਏ, ਪਰ ਇਸ ਵਿੱਚ ਮੁਸ਼ਕਿਲਾਂ ਦਾ ਵੀ ਤਾਂ ਬੜਾ ਸਾਹਮਣਾ ਕਰਨਾ ਪੈਂਦਾ ਏ। ਦਿਨ ਰਾਤ ਭੱਜੇ ਫਿਰੋ, ਟਕੇ ਟਕੇ ਦੇ ਆਦਮੀਆਂ ਦੀਆਂ ਖੁਸ਼ਾਮਦਾਂ ਕਰੋ, 100 ਤਰ੍ਹਾਂ ਦੇ ਲੋਭ ਲਾਲਚ ਦਿਓ, ਇੱਥੋਂ ਤੱਕ ਕਿ ਬੁੱਕੀ ਮੁਹੀ ਰੁਪਈਆ ਪੱਲਿਓਂ ਖਰਚ ਕਰੋ, ਫਿਰ ਕਿਤੇ ਜਾ ਕੇ ਮਾੜੀ ਮੋਟੀ ਕਾਮਯਾਬੀ ਨਸੀਬ ਹੁੰਦੀ ਏ। ਤੈਨੂੰ ਪਤਾ ਏ, ਇਸੇ ਦਾ ਉੱਤੇ ਸਭੋ ਕੁਝ ਲਾ ਬੈਠੇ ਆ ਹਾਲ ਦੀ ਘੜੀ। ਮੇਰਾ ਮਤਲਬ ਏ, ਜੇ ਕਦੇ ਕਿਸਮਤ ਮਦਦ ਕਰਦੀ, ਅਸੀਂ ਵੀ ਇੱਕ ਅੱਧ ਬਾਗੀ ਨੂੰ ਗ੍ਰਿਫਤਾਰ ਕਰਾ ਸਕਦੇ, ਫਿਰ ਤਾਂ 9 ਨਿਦਾਂ ਤੇ 18 ਸਿੱਧਾ ਹੋ ਜਾਂਦੀਆਂ। ਤੈਨੂੰ ਸ਼ਾਇਦ ਪਤਾ ਹੋਣਾ, ਹੁਣੇ ਜੇ ਸਰਗੋਧੇ ਦੇ ਕਿਸੇ ਸਿੱਖ ਸਰਦਾਰ ਨੇ ਇਕੱਠੇ 3 ਬਾਗੀਆਂ ਨੂੰ ਰਾਤੋਂ ਰਾਤ ਗ੍ਰਿਫਤਾਰ ਕਰਵਾ ਦਿੱਤਾ। ਮੈਂ ਸੋਚਣਾ ਕਿਸ ਤਰ੍ਹਾਂ ਬੰਦੇ ਦੀ ਕਿਸਮਤ ਜਾਗ ਪੈਂਦੀ ਏ। ਇੱਧਰ ਗ੍ਰਿਫਤਾਰੀ ਅਮਲ ਵਿੱਚ ਆਈ ਤੇ ਉਧਰ ਉਸ ਸਰਦਾਰ ਲਈ ਤਤਫਟ 3 ਮੁਰੱਬੇ ਤੇ ਕਈ ਹਜ਼ਾਰ ਨਗਦ ਇਨਾਮ ਦਾ ਐਲਾਨ ਹੋ ਗਿਆ। ਸੱਚ ਕਹਿੰਦੇ ਨੇ, ਰੱਬ ਜਦੋਂ ਦੇਣ ਤੇ ਆਏ ਤਾਂ ਛੱਤ ਪਾੜ ਕੇ ਦਿੰਦਾ ਏ। ਕਿੱਡਾ ਚੰਗਾ ਹੁੰਦਾ ਜੇ ਕਦੀ ਅਸੀਂ ਵੀ ਇਸ ਪਾਸੇ ਕੁਝ ਹੱਥ ਪੈਰ ਮਾਰ ਸਕਦੇ। ਸੁਦਰਸ਼ਨ ਬੋਲਿਆ, ਤੇ ਇਹ ਕਿਹੜਾ ਔਖਾ ਕੰਮ ਹੈ ਬਾਪੂ ਜੀ? ਮੈਨੂੰ ਇੱਕ ਵਾਰੀ ਲਾਹੌਰ ਜਾ ਲੈਣ ਦਿਓ। ਇੱਕ ਕਿਸ ਦੀ ਮਾਂ ਦਾ? ਅੱਧੀ ਦਰਜਨ ਬਾਗੀ ਗ੍ਰਿਫਤਾਰ ਕਰਾ ਕੇ ਨਾ ਦੱਸਾਂ ਤਾਂ ਮੇਰਾ ਨਾਂ ਵਟਾ ਦੇਣਾ। ਹੋ ਜਿਉਂਦਾ ਰਹਿ ਉਹ ਪੁੱਤਰ। ਬਾਬਾ ਜੀ ਨੇ ਸਨੇਹ ਤੇ ਉਤਸ਼ਾਹ ਭਰਿਆ ਹੱਥ ਉਸਦੀ ਪਿੱਠ ਤੇ ਫੇਰਦਿਆਂ ਕਿਹਾ। ਫੇਰ ਤਾਂ 7 ਕੁਲਾਂ ਤਰ ਜਾਣਗੀਆਂ ਸਾਡੀਆਂ। 7 ਛੱਡ ਕੇ 14 ਕੁਲਾਂ ਤਰ ਜਾਣ ਬਾਪੂ ਜੀ। ਐਤਕੀ ਬੀਰੀ ਦੀ ਜ਼ਬਾਨ ਅੱਗੋਂ ਵੀ ਡੱਕਾ ਹਟਿਆ। ਜੇ ਕਦੀ ਮੈਂ ਵੀ ਪਾਪਾ ਜੀ ਦੇ ਨਾਲ ਲਾਹੌਰ ਚਲੀ ਜਾਵਾਂ। ਸ਼ੁਦੈਣ ਨਾ ਹੋਵੇ ਤੇ। ਕੁੜੀ ਦੀ ਸਾਦਗੀ ਉੱਤੇ ਹਾਸਦੇ ਹੋਏ ਉਹ ਬੋਲੇ, ਤੈਨੂੰ ਕੀ ਪਤਾ ਇਹਨਾਂ ਮਾਮਲਿਆਂ ਦਾ? ਤੇ ਫਿਰ ਉਹਨਾਂ ਸੁਦਰਸ਼ਨ ਨੂੰ ਸੰਬੋਧਨ ਕੀਤਾ, ਪਰ ਤੇਰਾ ਹਾਲੇ ਲਾਹੌਰ ਜਾਣਾ ਕਿੱਕਣ ਮੁਮਕਿਨ ਹੋ ਸਕਦਾ ਹੈ ਕਾਕਾ, ਜਦ ਤੱਕ ਇਮਤਿਹਾਨ ਨਾ ਹੋ ਲਵੇ। ਇਹ ਤਾਂ ਸੌਖਾ ਹੀ ਕੰਮ ਹੈ ਬਾਪੂ ਜੀ। ਉਹ ਬੋਲਿਆ, ਜੇ ਤੁਹਾਡੀ ਸਲਾਹ ਹੋਵੇ ਤਾਂ ਇਮਤਿਹਾਨ ਦਾ ਸੈਂਟਰ 3 ਦਿਨਾਂ ਵਿੱਚ ਸਰਗੋਧੇ ਦੀ ਬਜਾਏ ਲਾਹੌਰ ਤਬਦੀਲ ਕਰਵਾ ਸਕਣਾ ਵਾ। ਜੇ ਇਹ ਹੋ ਜਾਏ ਫਿਰ ਤਾਂ ਕਿਸਮਤ ਜਾਗ ਪਵੇ। ਤਾਂ ਇਹ ਤੁਸੀਂ ਹੋਇਆ ਹੀ ਸਮਝੋ। ਅੱਜ ਹੀ ਸਰਗੋਧੇ ਚਲਾ ਜਾਣਾ ਵਾ। ਹੈੱਡ ਐਗਜ਼ਾਮੀਨਰ ਮੇਰਾ ਵਾਕਫ ਏ, ਉਹ ਮੇਰਾ ਕਹਿਣਾ ਨਹੀਂ ਮੋੜ ਸਕਦਾ। ਸੁਦਰਸ਼ਨ ਨੇ ਸੈਂਟਰ ਬਦਲਾਉਣ ਵਾਲਾ ਤਾਂ ਐਵੇਂ ਹੀ ਫੋੜ ਮਾਰ ਦਿੱਤਾ ਸੀ। ਅਸਲ ਵਿੱਚ ਉਹ ਇਮਤਿਹਾਨ ਦੇਣ ਦਾ ਇਰਾਦਾ ਹੀ ਛੱਡ ਬੈਠਾ ਸੀ ਜਿਸ ਵੇਲੇ ਤੋਂ ਉਸਨੂੰ ਸਰਾਬੇ ਦਾ ਸੁਨੇਹਾ ਮਿਲਿਆ। ਵੈਸੇ ਤਾਂ ਇਤਨੀ ਜਲਦੀ ਸੈਂਟਰ ਬਦਲਾਉਣਾ ਸੰਭਵ ਨਹੀਂ। ਉਸਨੇ ਤਾਂ ਪਿਓ ਨੂੰ ਚਕਮਾ ਦੇਣਾ ਸੀ। ਬਾਬਾ ਜੀ ਦੀ ਬਲਾ ਜਾਣੇ ਸੈਂਟਰ ਬਦਲਾਉਣ ਦੇ ਕੀ ਨਿਯਮ ਹੁੰਦੇ ਨੇ। ਤਾਂ ਪਾਦਾ ਨਾ ਪੁੱਛ ਸ਼ੇਰਾ। ਬਾਬਾ ਜੀ ਨੇ ਭਰਪੂਰ ਥਾਪੀ ਦਿੱਤੀ, ਵਗ ਜਾ ਹੁਣੇ। ਪਰ ਬਾਪੂ ਜੀ, ਲਾਹੌਰ ਮੇਰੇ ਰਹਿਣ ਦਾ ਕੀ ਇੰਤਜ਼ਾਮ ਹੋਵੇਗਾ? ਇਸ ਦੀ ਤੂੰ ਮਾਸਾ ਚਿੰਤਾ ਨਾ ਕਰ। ਆਪਣੇ ਸੋਢੀ ਗੋਪਾਲ ਸਿੰਘ ਦਾ ਘਰ ਜੂ ਉੱਥੇ। ਤੇਰਾ ਤਾਇਆ ਲੱਗਦਾ ਏ, ਮੇਰੇ ਚਾਚੇ ਦਾ ਪੁੱਤਰ ਜੋ ਹੋਇਆ। ਬੜਾ ਖੁੱਲਾ ਮਕਾਨ ਏ ਵੱਛੋ ਵਾਲੀ 'ਚ ਉਹਨਾਂ ਦਾ। ਚਿੱਠੀ ਅਜੇ ਹੀ ਪਾ ਦਿੰਨਾ ਵਾਂ। ਜੇ ਸੈਂਟਰ ਬਦਲਣ ਵਾਲਾ ਕੰਮ ਹੋ ਜਾਏ ਫਿਰ ਤਾਂ ਭਾਵੇਂ ਤੂੰ ਮੇਰੇ ਨਾਲ ਹੀ ਚਲਾ ਚਲੀ। ਤੈਨੂੰ ਉਹਨਾਂ ਦੇ ਘਰ ਛੱਡ ਕੇ ਮੈਂ ਉੱਥੋਂ ਅੰਮ੍ਰਿਤਸਰ ਚਲਾ ਜਾਵਾਂਗਾ। ਪਰ ਕੰਮ ਜ਼ਰਾ ਛੇਤੀ ਹੋ ਜਾਵੇ ਤਾਂ ਗੱਲ ਬਣਦੀ ਏ। ਅੱਜ ਕਿੰਨੀ ਤਰੀਕ ਏ ਮਾਰਚ ਦੀ? ਉਹਨਾਂ ਸੁਦਰਸ਼ਨ ਨੂੰ ਪੁੱਛਿਆ। 3 ਬਾਪੂ ਜੀ। ਉਹ ਬੋਲੇ, 6 ਮਾਰਚ ਨੂੰ ਅਕਾਲ ਤਖਤ ਦੀ ਇਕੱਤਰਤਾ ਹੋਣੀ ਏ। ਇਸ ਲੇਖੇ ਅਸੀਂ ਜੇ 5 ਤਰੀਕ ਨੂੰ ਲਾਹੌਰ ਪਹੁੰਚ ਜਾਈਏ ਫਿਰ ਗੱਲ ਬਣਦੀ ਏ। ਪਹੁੰਚ ਜਾਵਾਂਗੇ ਬਾਪੂ ਜੀ, ਪੂਰੇ ਦਾਈਏ ਨਾਲ ਉਹ ਬੋਲਿਆ। ਮੈਂ ਅੱਜੇ ਹੀ ਚਲਾ ਜਾਣਾ ਸਰਗੋਧੇ ਸੈਂਟਰ ਬਦਲਾਉਣ ਲਈ। ਹੇ ਗੁਰੂ ਸੱਚਿਆ ਪਾਤਸ਼ਾਹ, ਬਾਬਾ ਜੀ ਨੇ ਦਰਗਾਹੇ ਆਲੀ ਵਿੱਚ ਹੱਥ ਜੋੜਦਿਆਂ ਕਿਹਾ। ਬਹੁਤੇ ਨਾ ਸਹੀ, ਜੇ 1-2 ਬਾਗੀ ਵੀ ਕਿਤੇ ਹੱਥ ਆ ਜਾਣ। 1-2 ਕਿਹਦੀ ਮਾਂ ਦੇ ਬਾਪੂ ਜੀ? ਸੁਦਰਸ਼ਨ ਨੇ ਫੇਰ ਭਰਤੀ ਦਿੱਤੀ। ਤੁਸੀਂ ਵੇਖਣੀ ਤੇ ਸਹੀ ਮੇਰੀ ਕਰਾਮਾਤ। ਤੇਰੀ ਨਹੀਂ ਕਾਕਾ, ਉਹਨਾਂ ਉਪਦੇਸ਼ਕਾਨਾ ਲਹਿਜ਼ੇ ਵਿੱਚ ਕਿਹਾ। ਕਰਾਮਾਤਾਂ ਸਭ ਉਸ ਬਾਬੇ ਦੀਆਂ ਨੇ। ਤੇ ਉਹ ਕਿੱਥੇ ਗਈ ਛਲੇਡੀ? ਵਾਰਤਾਲਾਪ ਦੀ ਸਮਾਪਤੀ ਤੋਂ ਬਾਅਦ ਬਾਬਾ ਜੀ ਨੇ ਬੀਰੀ ਨੂੰ ਉੱਥੇ ਨਾ ਵੇਖ ਕੇ ਸੁਦਰਸ਼ਨ ਨੂੰ ਪੁੱਛਿਆ। ਉਹ ਉੱਠ ਕੇ ਚਲੀ ਗਈ ਸੀ ਬਾਪੂ ਜੀ। ਉਹ ਬੋਲਿਆ, ਜਿਸ ਵੇਲੇ ਤੁਸੀਂ ਬਾਗੀਆਂ ਦੇ ਗ੍ਰਿਫਤਾਰ ਹੋਣ ਦਾ ਜ਼ਿਕਰ ਕਰ ਰਹੇ ਸੋ। ਬੜੀ ਡਰਪੋਕ ਕੁੜੀ ਏ। ਬਾਬਾ ਜੀ ਕਹਿੰਦੇ ਹੋਏ ਉੱਠ ਖਲੋਤੇ। ਰਤਾ ਜਿੰਨੀ ਕੋਈ ਇਸ ਕਿਸਮ ਦੀ ਗੱਲ ਕਰੋ, ਪ੍ਰਾਣ ਖੁਸ਼ਕ ਹੋ ਜਾਂਦੇ ਨੇ ਇਸ ਤੇ।